a garrulous boy, she's a garrulous girl, that means it is habitual in that child. ਤਾਂ ਉਸ ਲਈ ਇਸ ਤਰ੍ਹਾਂ ਯੂਜ਼ ਹੋਏਗਾ। ਸੈਕਿੰਡ ਜਿਹੜਾ ਮਿਸਟੇਕ ਕਰਦੇ ਆ ਸਪੈਸ਼ਲੀ ਐਂਟਰੈਂਸ ਐਗਜ਼ਾਮਸ ਦੇ ਵਿੱਚ, ਸਪੈਸ਼ਲੀ ਜਦੋਂ ਐਸ ਦਾ ਪੇਪਰ ਹੁੰਦਾ ਤੁਹਾਡਾ, ਤਾਂ ਮੈਂ ਜ਼ਰੂਰ ਇਸ ਚੀਜ਼ 'ਤੇ ਜ਼ੋਰ ਦਿੰਦੀ ਹਾਂ ਕਿ ਜਿਸ ਤਰ੍ਹਾਂ ਵਰਡ ਦਿੱਤਾ ਗਿਆ ਹੈ ਬਿਲਕੁਲ ਉਸੇ ਹੀ ਤਰੀਕੇ ਨਾਲ ਯੂਜ਼ ਕੀਤਾ ਜਾਵੇ, ਉਸ ਵਰਡ ਨੂੰ ਬਿਲਕੁਲ ਵੀ ਬਦਲਿਆ ਨਾ ਜਾਵੇ। ਜੇ ਲੈਂਗੁਏਜ ਹੈ ਤਾਂ ਲੈਂਗੁਏਜ ਹੀ ਰਹਿਣਾ ਚਾਹੀਦਾ ਹੈ, ਲੈਂਗੁਏਜਡ ਨਹੀਂ ਬਣੇਗਾ। ਗॉट ਇਟ? ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ। ਇਹਦੇ ਲਈ Okay, ma'am. ਮੈਂ ਇਹਦੇ ਲਈ ਇੱਕ ਨੁਸਖਾ ਦੱਸਿਆ ਸੀ, the hit and trial thing, you know. So the first thing is whether you want to make it the same, then you have to make use of don't, didn't, doesn't, ya modals, right? So you could have written the plant would not languish without water, may not languish without water, है ना? सो मैं मॉडल्स यूज कर देते, डिड नॉट लैंग्वेज विदाउट वाटर। गॉट इट सिद्धक? ठीक है ना? Yes, ma'am. ठीक। सो इस तरह यूज करने हैं। ਹੁਣ ਜਿਵੇਂ ਆ ਵਾਲਾ ਸੈਂਟੈਂਸ ਤੁਸੀਂ ਲਿਖਿਆ ਸੀ, what is he playing cricket for, ਆਪਾਂ ਹਲੇ ਫॉर ਦਾ ਯੂਸੇਜ ਕਰਨਾ ਨਹੀਂ ਇੱਥੇ ਸਟਾਰਟ ਕੀਤਾ, ਪ੍ਰੈਪੋਜੀਸ਼ਨਸ ਦਾ ਯੂਸੇਜ ਨਹੀਂ। ਹਾਲਾਂਕਿ ਆਪਾਂ ਪਰਪਸ ਪੁੱਛ ਰਹੇ ਹਾਂ ਵਾਟ ਇਜ਼ ਹੀ ਪਲੇਇੰਗ ਕ੍ਰਿਕਟ ਫॉर, ਕਿਸ ਪਰਪਸ ਲਈ ਖੇਲ ਰਿਹਾ ਹੈ। ਹਾਲਾਂਕਿ ਸੈਂਟੈਂਸ ਠੀਕ ਸੀ, ਪਰ ਇਸ ਲੈਵਲ 'ਤੇ ਇੰਨੇ ਲੋ ਲੈਵਲ 'ਤੇ ਆਪਾਂ ਇੱਦਾਂ ਦੇ ਸੈਂਟੈਂਸਸ ਨਹੀਂ ਬਣਾਉਂਦੇ। ਸੋ ਯੂ ਕੁਡ ਹੈਵ ਈਜ਼ੀਲੀ ਰਿਟਨ ਵਾਟ ਇਜ਼ ਹੀ ਪਲੇਇੰਗ, ਦੈਟਸ ਇਟ, ਰਾਈਟ? ਸੋ ਦੈਟਸ ਦ ਪੁਆਇੰਟ। ਗॉट इट एवरीवन? यस प्लीज, गॉट इट, है ना? सो समझ आ गई कि मान लो कि मैं सेंटेंस ਨੂੰ ਐਸ ਸੱਚ ਹੀ ਯੂਜ਼ ਕਰਨਾ ਹੈ, ਮੈਂ ਲੈਂਗੁਏਜਿੰਗ ਨਹੀਂ ਯੂਜ਼ ਕਰਨਾ, ਮੈਂ ਲੈਂਗੁਏਜਡ ਨਹੀਂ ਯੂਜ਼ ਕਰਨਾ, ਤਾਂ ਉਸ ਚੀਜ਼ ਦੇ ਲਈ ਮੈਨੂੰ ਕੀ ਕਰਨਾ ਪਏਗਾ, ਜਾਂ ਤਾਂ ਡੋਂਟ, ਡਿਡਨਟ, ਡਜ਼ਨਟ ਜਾਂ ਫਿਰ ਆਲ ਮੋਡਲਸ ਦੇ ਵਿੱਚੋਂ ਕੁਛ ਨਾ ਕੁਛ ਯੂਜ਼ ਕਰਨਾ ਪਏਗਾ, ਤਾਂ ਕਿ ਉਹ ਸੈਂਟੈਂਸ ਜਿਹੜਾ ਹੈ ਉਹ ਐਸ ਸੱਚ ਹੀ ਰਹੇ, ਉਹਦੇ 'ਚ ਵਰਡ ਜਿਹੜਾ ਹੈ ਐਸ ਸੱਚ ਰਹੇ, ਉਹਦੀ ਕੋਈ ਹੋਰ ਫਾਰਮ ਨਾ ਬਦਲੇ। ठीक है जी? सो दैट वॉज ऑल अबाउट दिस पेपर। आगे आ जाता है 3 पेजेस वाला, लेट मी डिस्कस। नेक्स्ट पेपर इज ऑफ, हाँ जी, अच्छा, आई डोंट नो हुज वॉज दिस, आई रियली डोंट नो। ਇੱਥੇ ਕਾਫੀ ਭਾਰੀ ਗਲਤੀਆਂ ਹੈਗੀਆਂ, ਮੈਂ ਪੈਨ ਦੇ ਨਾਲ ਠੀਕ ਹੀ ਕਰੂੰਗੀ। ਜਿਨ੍ਹਾਂ ਨੇ ਵੀ ਇਹ ਗਲਤੀ ਕੀਤੀ ਹੈ, ਆਈ ਥਿੰਕ ਵॉज इट नीलम? नीलम, was it yours? Yes, ma'am. हाँ। सो टोटली रॉन्ग सेंटेंसेस है जिथे इज, एम, आर ਦਾ ਯੂਸੇਜ ਹੋਏਗਾ, ਉੱਥੇ ing ਲੱਗੇਗਾ। ਸੋ what are you ਦੇ ਨਾਲ ਕੀ ਲੱਗਣਾ ਚਾਹੀਦਾ ਸੀ? what are you? yes, playing, what are you playing? so that was the correct sentence, what are you playing? ਠੀਕ ਹੈ ਨਾ? ਸੋ ਇੱਥੇ ਆ ਜਾਣਾ ਸੀ playing, what are you playing? ਤੁਸੀਂ ਕੀ ਖੇਲ ਰਹੇ ਹੋ। ਸਿਮਿਲਰਲੀ when is he play tennis ਨਹੀਂ ਆਏਗਾ, when is he playing tennis? ਸੋ ਸਿਮਿਲਰਲੀ ਸਾਰੇ ਵਰਡਸ ਇਹਦੇ ਵਿੱਚ ਤਕਰੀਬਨ ਜਿੱਥੇ ਮੈਂ ਕ੍ਰੋਸਸ ਕੀਤੇ ਉੱਥੇ ਬਦਲੋਗੇ। might you will play tennis, 8th sentence, might ਵੀ ਲਗਾਇਆ ਹੋਇਆ, will ਵੀ ਲਗਾਇਆ ਹੋਇਆ, ਦੋ ਮੋਡਲਸ ਯੂਜ਼ ਕੀਤੇ ਹੋਏ ਆ। ਦੋ ਮੋਡਲਸ ਕਿਸ ਤਰ੍ਹਾਂ ਯੂਜ਼ ਹੋ ਸਕਦੇ? विल यू प्ले टेनिस या माइट यू प्ले टेनिस? माइट यू प्ले टेनिस थोड़ा अटपटा लगता है, इस करके विल यू प्ले टेनिस। एक प्लीज़ फॉलो द रूल ऑफ राइटिंग द फर्स्ट लेटर एज कैपिटल लेटर। ਹੁਣ ਇੱਥੇ ਵੀ ਉਹੀ ਗਲਤੀ ਕੀਤੀ ਹੈ ਨਾ, ਇਜ਼ ਐਮ ਆਰ ਲਗਾ ਦਿੱਤਾ, ਤਾਂ ਇਜ਼ ਐਮ ਆਰ ਦੇ ਨਾਲ ਕੀ ਆਣਾ ਸੀ? ਪਲੇਇੰਗ, ਇਜ਼ ਸ਼ੀ ਪਲੇਇੰਗ ਟੈਨਿਸ, ਫਸਟ ਵਰਡ ਕੈਪੀਟਲ, ਫਸਟ ਵਰਡ ਕੈਪੀਟਲ, ਫਸਟ ਵਰਡ ਕੈਪੀਟਲ। ਯੈਸ ਮਨਦੀਪ? ਮੈਮ ਇਹ ਮਿਸਟੇਕਸ ਮੇਰੀਆਂ ਨੇ ਜੀ। ਅੱਛਾ, ਇਹ ਤੁਹਾਡੀਆਂ? ਹਾਂਜੀ ਠੀਕ ਹੈ, ਕੋਈ ਗੱਲ ਨਹੀਂ, ਜਿਹਦੀਆਂ ਵੀ ਹੈ। ਹੁਣ ਦੇਖੋ, ਚੰਗੀ ਗੱਲ ਹੈ, ਕੋਈ ਗਲਤ ਵਾਲਾ ਮਿਸਟੇਕਸ ਵਾਲਾ ਆਉਂਦੀ ਹੈ ਨਾ ਚੀਜ਼, ਤਾਂ ਸਾਰਿਆਂ ਦੇ ਕੰਨ ਖੜੇ ਹੋ ਜਾਂਦੇ ਕਿ ਇੱਦਾਂ ਨਹੀਂ ਕਰਨਾ। ਇਹੀ ਸਿਖਾਉਣ ਲਈ ਤਾਂ ਆਪਾਂ ਇੱਥੇ ਹੈਗੇ ਹਾਂ, ਸਿੱਖਣ ਸਿਖਾਉਣ ਲਈ। ਠੀਕ ਹੈ ਨਾ? ਸੋ ਹੁਣ ਸਮਝ 'ਚ ਲੱਗੀ, ਹੁਣ ਤੁਸੀਂ ਇਹਨੂੰ ਠੀਕ ਕਰੋਗੇ। ਠੀਕ ਹੈ ਨਾ? ਹੁਣ ਤੁਸੀਂ ਠੀਕ ਕਰੋਗੇ ਇਸ ਚੀਜ਼ ਨੂੰ। ਦੇਖੋ, ਜੇ ਇੱਕ ਇੱਕ ਸੈਂਟੈਂਸ ਨੂੰ ਮੈਂ ਡਿਸਕਸ ਕਰਾਂ, ਵਾਟ ਆਰ ਯੂ ਪਲੇਇੰਗ ਆਏਗਾ,
when is he w क्योंकि is MR आ गया the playing tennis where is she playing tennis why are they playing tennis who is मतलब is MR ਦੇ ਨਾਲ first form ਆ ਹੀ ਨਹੀਂ ਸਕਦੀ is MR ਦੇ ਨਾਲ first form exist ਹੀ ਨਹੀਂ ਕਰਦੀ ਗੱਲ ਮੁੱਕਦੀ ਹੈ ਠੀਕ ਹੈ ਬੱਚੇ ਤੇ which is ਫਿਰ playing tennis ਆਏਗਾ how am I एक मिनट बेटा somebody is trying to join how am I फिर आ जाएगा playing tennis right what will you play ਇਹ ਸਹੀ ਹੈ when would he ਦੇਖੋ ਹੁਣ ਮੈਂ ਤੁਹਾਨੂੰ ਉਸ ਦਿਨ ਦੱਸਿਆ ਸੀਗਾ ਮੈਮ ਆਪਾਂ ਪੜਿਆ ਇਜ਼ ਐਮ ਆਰ ਨਾਲ ਫਸਟ ਫਾਰਮ ਨਹੀਂ ਆ ਸਕਦੀ ਹਾਂ ਆਪਾਂ ਜਿਹੜਾ ਕੰਟੀਨਿਊਸ ਪ੍ਰੈਜ਼ੈਂਟ ਕੰਟੀਨਿਊਸ ਕੀਤਾ ਸੀ ਨਾ ਉਹਦੇ ਚ ਆਪਾਂ ਕਿਹਾ ਸੀ ਕਿ ਇਜ਼ ਐਮ ਆਰ ਦੇ ਉਹ ਨਾਲ ਤਾਂ ਆਪਾਂ ਆਈਐਨਜੀ ਨਾਲ ਕੀਤਾ ਸੀਗਾ ਨਾ ਹਾਂ, ਆਪਾਂ ਹਾਂ ਬਟ ਤੁਸੀਂ ਹੁਣ ਕਹਿ ਰਹੇ ਹੋ ਕਿ ਇਜ਼ ਐਮ ਆਰ ਦੇ ਨਾਲ ਨਹੀਂ ਆਣਾ ਨਹੀਂ ਆ ਸਕਦੀ ਨਾ ਫਸਟ ਫਾਰਮ ਨਹੀਂ ਆ ਫਸਟ ਸਕਦੀ ਫਾਰਮ ਓਕੇ ਨਹੀਂ ਆਏਗੀ ਓਕੇ ਮੈਮ ਫਸਟ ਤੁਸੀਂ ਫਾਰਮ ਦੱਸਿਆ ਸੀਗਾ ਪਲੱਸ ਆਈਐਨਜੀ ਤੁਸੀਂ ਹਾਂਜੀ ਤੁਸੀਂ ਇਹੀ ਦੱਸਿਆ ਸੀਗਾ ਕਿ ਫਸਟ ਫਾਰਮ ਨਾਲ ਆਈਐਨਜੀ ਆਏਗਾ ਤੇ ਹਾਂਜੀ। ਦੈਟ ਮੀਨ ਕਿ ਫਸਟ ਫਾਰਮ ਨਹੀਂ ਆਏਗੀ ਠੀਕ ਹੈ ਨਾ ਜੇ ਮਤਲਬ ਸਪੈਸੀਫਿਕਲੀ ਇਸ ਤਰ੍ਹਾਂ ਕਦੀ ਮਿਸਟੇਕਸ ਮੇਰੇ ਸਾਹਮਣੇ ਆਈਆਂ ਨਹੀਂ ਇਸ ਕਰਕੇ ਜੇ ਜ਼ੋਰ ਪਾ ਕੇ ਇਹ ਵੀ ਕਹਿਣਾ ਚਾਹੀਦਾ ਸੀ ਦੈਨ ਆਈ ਇਨਸਿਸਟ ਕਿ ਇਜ਼ ਐਮ ਆਰ ਦੇ ਨਾਲ ਫਸਟ ਫਾਰਮ ਨਹੀਂ ਆਣੀ ਠੀਕ ਹੈ ਸੋ ਦਿਸ ਇਜ਼ ਦ ਵੈਰੀ ਕਲੀਅਰ ਸਟੇਟਮੈਂਟ ਰਿਪੁਨ ਮੈਮ ਪ੍ਰੈਜ਼ੈਂਟ ਕੰਟੀਨਿਊਸ ਆਪਾਂ ਸਾਈਡ ਤੇ ਲਿਖ ਸਕਦੇ ਹਾਂ ਵੀ ਫਸਟ ਇਜ਼ ਐਮ ਆਰ ਨਾਲ ਫਸਟ ਫਾਰਮ ਨਹੀਂ ਆਣੀ ਹਾਂ ਲਿਖ ਲਓ ਕੋਈ ਚੱਕਰ ਨਹੀਂ ਹੈਗਾ ਬੱਚੇ ਬਿਲਕੁਲ ਲਿਖੋ ਸ਼ੋਰਲੀ ਲਿਖੋ ਹੁਣ ਤੁਸੀਂ ਇਹ ਮੋਡਲਸ ਦੇ ਨਾਲ ਬਣਾਏ ਹੈ ਮਨਦੀਪ ਮੈਮ ਜਿੱਥੇ ਵੀ ਇਜ਼ ਐਮ ਆਰ ਲੱਗਿਆ ਹੋਗਾ ਮਤਲਬ ਆਈਐਨਜੀ ਨਾਲ ਲੱਗੂਗਾ ਹੀ ਲੱਗੂਗਾ ਬਿਲਕੁਲ ਠੀਕ ਹੈ ਨਾ ਓਕੇ ਜਾਂ ਫਿਰ ਹੂ ਇਜ਼ ਹੀ Model- ਫॉर ਜਾਂ ਐਗਜ਼ਾਮਪਲ third- ਦੇ ਨਾਲ ਮੈਮ ਤੁਸੀਂ ਦੱਸੇ ਸੀ ਨਾ ਫਿਰ ਮੈਂ ਮਾਡਲਸ ਦੇ ਨਾਲ ਹੀ ਬਣਾਈ ਸੀ ਹਾਂ ਨਹੀਂ ਅੱਛਾ ਕੀਤਾ ਪਰ ਮੈਂ ਮੋਡਲਸ ਦੇ ਨਾਲ ਇੱਕ ਬਹੁਤ ਇੰਪੋਰਟੈਂਟ ਸਟੇਟਮੈਂਟ ਦਿੱਤੀ ਸੀ ਕਿ ਸਾਰੇ ਮੋਡਲਸ ਦੇ ਨਾਲ ਓਨਲੀ ਤੇ ਓਨਲੀ ਫਰਸਟ ਫਾਰਮ ਯੂਜ਼ ਹੁੰਦੀ ਹੈ ਹਮੇਸ਼ਾ ਹਮੇਸ਼ਾ ਕਿੰਨਾ ਚੀਜ਼ਾਂ ਦੇ ਨਾਲ ਫਰਸਟ ਫਾਰਮ ਯੂਜ਼ ਹੁੰਦੀ ਹੈ ਟੂ ਦੇ ਨਾਲ ਠੀਕ ਹੈ ਡੂ ਜਾਂ ਡਿਡ ਜਾਂ ਡਸ ਦੇ ਨਾਲ ਡੂ ਡਸ ਤੇ ਡਿਡ ਦੇ ਨਾਲ ਜੇ ਕਿਤੇ ਯੂਜ਼ ਹੁੰਦੀ ਹੈ ਡੋਂਟ ਡਜ਼ਨਟ ਤੇ ਡਿਡੰਟ ਦੇ ਨਾਲ ਨੋਟ ਕਰ ਲਓ ਟੂ ਦੇ ਨਾਲ ਡੂ ਦੇ ਨਾਲ ਡਸ ਦੇ ਨਾਲ ਡਿਡ ਦੇ ਨਾਲ ਜੇ ਕਿਤੇ ਯੂਜ਼ ਹੋਣੀ ਹੈ ਡੋਂਟ ਦੇ ਨਾਲ ਡਸ ਨਾਟ ਦੇ ਨਾਲ ਡਿਡ ਨਾਟ ਦੇ ਨਾਲ ਤੇ ਮੋਡਲਸ ਦੇ ਨਾਲ ਇਹਨਾਂ ਸਾਰਿਆਂ ਦੇ ਨਾਲ ਓਨਲੀ ਤੇ ਓਨਲੀ ਫਰਸਟ ਫਾਰਮ ਆਫ ਵਰਬ ਠੀਕ ਹੈ ਹੁਣ ਮਨਦੀਪ ਆਪਾਂ ਇੱਥੇ ਚੱਲਦੇ ਹਾਂ ਵੈਨ ਵੁੱਡ ਹੀ ਤਾਂ ਇੱਥੇ ਕੀ ਆਣਾ ਸੀ ਬੇਟਾ ਵੈਨ ਵੁੱਡ ਹੀ ਪਲੇ ਪਲੇ ਆਣਾ ਸੀ ਕਿ ਪਲੇਡ ਆਣਾ ਸੀ ਫਰਸਟ ਫਾਰਮ ਕਹਿ ਰਹੀ ਹਾਂ ਪਲੇ ਆਉਣਾ ਸੀ ਹੈ ਨਾ ਹੁਣ ਇਹਦਾ ਮਤਲਬ ਇਹ ਕੀ ਹੋ ਗਿਆ ਇੱਕ ਸਟੇਟਮੈਂਟ ਹੋਰ ਆਪਣੇ ਕੋਲ ਕਲੀਅਰ ਹੋ ਗਈ will would shall should can could may might must ought to had to ਹੈ ਨਾ ਇਹਨਾਂ ਮਤਲਬ ਟੂ ਦਾ ਕੁਝ ਵੀ ਹੋ ਜਾਏ ਇਹਨਾਂ ਸਾਰੀਆਂ ਕੰਡੀਸ਼ਨਸ ਦੇ ਨਾਲ ਇਹਨਾਂ 11 ਕੰਡੀਸ਼ਨਸ ਦੇ ਨਾਲ ਸਿਰਫ ਤੇ ਸਿਰਫ ਫਸਟ ਫਾਰਮ ਗॉट ਇਟ ਸੋ अगला ठीक है where shall we play tennis why should they play tennis who can play tennis how could he play tennis how may they play tennis correct है अगला shall I play tennis ਦੇ ਵਿੱਚ question mark ਪੈਣਾ ਸੀ ਕਿਉਂਕਿ helping verb ਨਾਲ ਸ਼ੁਰੂ ਹੋ ਰਿਹਾ ਠੀਕ ਹੈ ਹੁਣ ਇੱਥੇ might ਤੇ will 8ਵਾਂ sentence ਦੋ modals ਤੁਸੀਂ ਇੱਕੋ ਜਗ੍ਹਾ use ਕਰ ਲਏ it is wrong ਠੀਕ ਹੈ ਜਾਂ ਤੁਸੀਂ ਯੂਜ਼ ਕਰੋ ਮਾਈਟ ਯੂ ਪਲੇ ਟੈਨਿਸ ਵਿਚ ਇਜ਼ ਰੇਅਰੈਸਟ ਆਫ ਦ ਰੇਅਰ ਜਾਂ ਵਿਲ ਯੂ ਪਲੇ ਟੈਨਿਸ ਗॉट ਇਟ ਠੀਕ ਹੈ ਹੁਣ ਡੂ ਯੂ ਪਲੇ ਟੈਨਿਸ ਐਸਏਐਸ ਵਾਲੇ ਜਿਹੜੇ ਸਟੂਡੈਂਟਸ ਹੈਗੇ ਆ ਉਹਨਾਂ ਦੇ ਪੇਪਰ ਦੇ ਵਿੱਚ ਸਭ ਤੋਂ ਜਿਹੜੀ ਬਲੰਡਰ ਹੁੰਦੀ ਹੈ ਉਹ ਹੈਗੀ ਹੈ ਫਾਰਮੇਸ਼ਨ ਆਫ ਵਰਡਸ ਤੇ ਪੰਕਚੁਏਸ਼ਨ ਮਾਰਕਸ ਦੀਆਂ ਧੱਜੀਆਂ ਇਹੀ ਚੀਜ਼ ਮੈਂ ਸਿਖਾਉਣ 'ਚ ਮੈਨੂੰ ਟਾਈਮ ਲੱਗਦਾ ਹੈ ਕਿਉਂਕਿ ਤੁਹਾਡਾ ਇੱਕ ਸਟਾਈਲ ਬਣ ਚੁੱਕਿਆ ਹੁੰਦਾ ਨਾ ਬਿਕੋਜ਼
ਸਮਟਾਈਮਸ ਯੂ ਗੋ ਸ਼ਾਰਟ ਹੈਂਡ, ਸਮਟਾਈਮਸ ਯੂ نو देयर ਆਰ ਸਿੰਬੋਲਿਜ਼ਮ ਯੂਜ਼ ਕਰ ਲੈਂਦੇ ਹੋ ਤੁਸੀਂ ਜਾਂ ਕੁਝ ਵੀ, ਉਹਦੇ 'ਚ ਤੁਸੀਂ ਤੇਜ਼ੀ 'ਚ ਲਿਖਣਾ ਹੁੰਦਾ ਹੈ। ਉਸ ਤੇਜ਼ੀ 'ਚ ਲਿਖਣ ਦੇ ਚੱਕਰ ਦੇ ਵਿੱਚ ਆਪਾਂ ਕਈ ਵਾਰੀ ਪੰਕਚੁਏਸ਼ਨ ਮਾਰਕਸ ਦੇ ਮਤਲਬ ਉਸ ਚੀਜ਼ ਨੂੰ ਭੁੱਲ ਜਾਂਦੇ ਹਾਂ। ਸੋ ਪਲੀਜ਼ ਕੈਪੀਟਲ ਲੈਟਰ ਹਮੇਸ਼ਾ ਫਰਸਟ ਲੈਟਰ ਆਫ ਦ ਸੈਂਟੈਂਸ ਹੈਜ਼ ਟੂ ਬੀ ਅ capital letter, always, always, always. So it is a big mistake. Never ever do it. ठीक है? Do you play tennis? Does he play tennis? ਹੁਣ ਦੇਖੋ is she ਅੱਗੇ ਕੀ ਆਣਾ ਸੀ ਰਿਪਨ? is ਲੱਗ ਗਿਆ, is she ਪਲੇਇੰਗ ਹੈ ਨਾ? ਸੋ ਇਹਦਾ ਮਤਲਬ Ma'am, ing। ਹਾਂਜੀ ਮੈਮ ਜਿਹੜਾ ਇਹਦਾ 6th ਲਿਖਿਆ ਹੋਇਆ 6th ਕੱਢਿਓ ਇੱਕ ਮਿੰਟ ਮੈਮ, ਜਿਹੜਾ ਉੱਪਰ ਹੈ 6th could they play ਮੈਮ tennis? ਮੈਮ ਇਹ ਕੈਨ ਦੇ ਪਲੇ ਟੈਨਿਸ ਨਹੀਂ ਆ ਸਕਦਾ ਸੀਗਾ ਨਹੀਂ ਹੋ ਸਕਦਾ ਸੀ, ਮੈਮ ਕੈਨ ਕੁਡ ਆਪਾਂ ਕਦ ਲਗਾਉਂਦੇ ਆ ਮਤਲਬ ਉਹਦੀਆਂ ਕੰਡੀਸ਼ਨਸ ਕਰਾਂਗੇ ਮੋਡਲਸ ਦੀਆਂ, ਉਹਦੀਆਂ Would, ਕੰਡੀਸ਼ਨਸ would, ਕਰਾਂਗੇ, ਸਾਰੀਆਂ should, ਕੰਡੀਸ਼ਨਸ ਹੁੰਦੀਆਂ, ਉਹ ਪੂਰਾ ਇੱਕ ਟੌਪਿਕ ਹੈਗਾ। ਮੈਮ ਕੀ ਮਤਲਬ ਹੈ ਕੁਡ ਦੇ ਪਲੇ ਟੈਨਿਸ? ਕੁਡ ਦੇ ਪਲੇ ਟੈਨਿਸ ਬੇਸਿਕਲੀ ਕੈਨ ਹੁੰਦਾ ਹੈ ਚਾਹੀ ਸਕਦਾ, ਕੀ ਉਹ ਟੈਨਿਸ ਖੇਲ ਸਕਦਾ ਹੈ। ਸੈਂਟੈਂਸ ਕੀ ਬਣੇਗਾ? ਫॉर एग्जांपल मैं एक सेंटेंस बनाया, he said can you play tennis, मान लो, ठीक है, एक सेंटेंस बन गया। नरेशन ਦਾ ਪਾर्ट करा रही हैं छोटा ਜਿਹਾ, यानी कि कुड कित्थे बनता है? कैन ਦਾ मीनिंग ਹੁੰਦਾ ਹੈ ਸਕਦਾ, ਕੁਡ ਦਾ ਮਤਲਬ ਹੁੰਦਾ ਹੈ ਸਕਿਆ। ਜੇ ਆਪਾਂ ਵਰਬਲੀ ਲਈਏ ਇਸ ਚੀਜ਼ ਨੂੰ ਪੂਰਾ ਲਿਟਰਲੀ ਲਈਏ ਕਿ ਹਾਂਜੀ ਕੈਨ ਦਾ ਮਤਲਬ ਕੀ ਹੈ, ਕੁਡ ਦਾ ਮਤਲਬ ਕੀ ਹੈ। ਇਹਦੀਆਂ ਦੋ ਫਾਰਮੇਸ਼ਨਸ ਜਾਣਗੀਆਂ। ਪਹਿਲੀ ਕਿ ਡਾਇਰੈਕਟ ਇਨਡਾਇਰੈਕਟ ਸਪੀਚ ਬਣਾਉਂਦੇ ਹੋਏ ਮੈਂ ਲਿਖ ਦਿੱਤਾ ਹੀ ਆਸਕਡ। हरगुन चार्जिंग लगा जाते बेटा, अच्छा लगा दो। ही आस्क्ड, ठीक है, इफ यू कुड, इतने कहन दा की बन गया कुड प्ले टेनिस, फुल स्टॉप। एक तो फॉर्मेशन बन गई ए, ठीक है, क्योंकि आस्क्ड या सैड सी बाहर, इस करके ਉਹਦਾ कुड बन गया। ठीक, नंबर 1। नंबर 2, ਜਦੋਂ ਆਪਾਂ ਕੁਡ ਨੂੰ ਮੰਨ ਲਓ ਕਿਸੇ ਛੋਟੇ ਬੱਚੇ ਲਈ, ਕਿਸੇ ਛੋਟੇ ਆਪਣੇ ਤੋਂ ਇਮੈਚੁਰ ਲਈ ਕੁਝ ਫੇਵਰ ਮੰਗੀਏ ਤਾਂ ਆਪਾਂ ਕਵਾਂਗੇ could you do me a favor, ਠੀਕ ਹੈ। could is basically a polite expression of asking something, ਠੀਕ ਹੈ। ਜਿਹੜਾ can ਹੈ ਉਹ ਜੋੜੀਦਾਰ ਦੇ ਨਾਲ ਯੂਜ਼ ਹੁੰਦਾ ਹੈ, could is more polite। This is the difference between can and could। रिपुन ਓਕੇ ਮੈਮ ਓਕੇ ਇਹ ਹੈ ਬੇਸਿਕਲੀ। ਕਿਸੇ ਦਿਨ ਟੌਪਿਕ ਮੇਰੇ ਕੋਲ ਹੋਰ ਪ੍ਰਾਇੋਰਿਟੀ ਦੇ ਟੌਪਿਕਸ ਚੱਲ ਰਹੇ ਹੈ, ਕਿਉਂਕਿ ਜਦ ਤੱਕ ਟੈਂਸਿਸ ਦੀ ਸਮਝ ਨਹੀਂ ਆਏਗੀ ਅੱਗੇ ਨਹੀਂ ਤੁਰ ਸਕਦੇ। ਟੈਂਸਿਸ ਤੇ ਇੱਕ ਵਾਰੀ ਗ੍ਰਿਪ ਜੀ ਆ ਜੇ ਮੁੜ ਕੇ ਨਹੀਂ ਮੈਂ ਬਟ ਸਰ ਨੇ ਕੀਤਾ ਹੈ ਨਾ, ਮੈਨੂੰ ਲੱਗਿਆ ਕਿ ਆਪਾਂ ਕਰ ਚੁੱਕੇ ਹਾਂ ਵਾਲਾ ਕੁਡ ਵੁੱਡ ਮੈਂ ਪਤਾ ਸਾਨੂੰ ਸਮਝ ਹੀ ਨਹੀਂ ਆਉਂਦਾ ਕਿੱਥੇ ਲਗਾਉਣਾ ਕਿੱਥੇ ਨਹੀਂ ਹਾਂ ਲਗਾਉਣਾ। ਨਹੀਂ ਠੀਕ ਹੈ ਠੀਕ ਹੈ, ਆਪਾਂ ਕਰਾਂਗੇ ਇਸ ਟੌਪਿਕ ਨੂੰ ਇੱਕ ਦਿਨ 'ਚ ਖਤਮ Okay. ਕਰਨ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ ਜੀ। Okay. ਇਸੇ ਤਰ੍ਹਾਂ ਮੇ ਮਾਈਟ, ਜੇ ਮੈਂ ਉੱਪਰ ਲਿਖ ਦਿੱਤਾ ਮੇ ਯੂ ਪਲੇ ਟੈਨਿਸ ਤਾਂ ਇਫ ਯੂ ਮਾਈਟ ਪਲੇ ਟੈਨਿਸ, ਠੀਕ ਹੈ। ਜ਼ਿਆਦਾਤਰ ਆਪਾਂ ਨਰੇਸ਼ਨ ਨੂੰ ਜਦੋਂ ਪ੍ਰੈਜ਼ੈਂਟ ਟੈਂਸ ਤੋਂ ਪਾਸਟ ਟੈਂਸ ਦੇ ਵਿੱਚ ਲੈ ਕੇ ਜਾਂਦੇ ਆ ਤਾਂ ਮੇ ਦਾ ਅਸਲੀ ਮਤਲਬ ਹੈ ਕਿ ਮੇ ਦਾ ਪਾਸਟ ਟੈਂਸ ਇਜ਼ ਮਾਈਟ, ਕੈਨ ਦਾ ਪਾਸਟ ਟੈਂਸ ਇਜ਼ ਕੁਡ, ਵਿਲ ਦਾ ਪਾਸਟ ਟੈਂਸ ਇਜ਼ ਵੁੱਡ, ਸ਼ੈਲ ਦਾ ਪਾਸਟ ਟੈਂਸ ਹੈ ਸ਼ੁੱਡ एक्चुअली। ठीक है जी, हो गया थोड़ा क्लियर? ओके रिपुन, चलो अगे चलते हैं। हुन एम आई तो हुन की आएगा मनदीप? एम आई 12th वाला एम आई प्लेइंग आएगा, है ना, प्लेइंग। आर वी 13वां प्लेइंग आएगा है ना। हुन IN वॉज शी इथे की बन जाएगा? मैम प्लेइंग ही आएगा ਇੱਥੇ ਵੀ। हाँ इथे भी प्लेइंग आएगा। वर दे ਮੈਮ ਪਾਸ ਦੇ ਵਿੱਚ ਆਪਾਂ ਸੈਕੰਡ ਫਾਰਮ ਨਹੀਂ ਲਗਾਉਂਦੇ ਹੈ ਜੀ, नो नो, ਵਰਬ ਦੀ ਸੈਕੰਡ ਫਾਰਮ। ਇੱਥੇ is MR ਹੋਵੇ ਜਾਂ was were ਹੋਵੇ, ਠੀਕ ਹੈ। ਓਕੇ ਇਹਨਾਂ ਠੀਕ ਹੈ ਸਭ ਮੈਮ, ਵਾਜ਼ ਵਰਬ ਦੇ ਨਾਲ ਫਸਟ ਫਾਰਮ ਹਾਂ, ਲੱਗਦੀ ਆਈਐਨਜੀ ING, ਲੱਗੀ, ਠੀਕ ਹੈ ਨਾ। ਠੀਕ ਹੈ। ਸੋ
ਆ ਠੀਕ ਤੁਸੀਂ ਕੀਤਾ ਹੈ ਹੈਜ਼ ਹੈਵ ਹੈਡ ਇਹ ਤਿੰਨ ਹੁੰਦੇ ਜਿਨ੍ਹਾਂ ਦੇ ਨਾਲ 3rd ਫਾਰਮ ਆਫ ਵਰਬ ਲੱਗਦੀ ਹੈ ਮੈਮ 15 ਸਮਝ ਨਹੀਂ ਆਇਆ ਕਿੱਦਾਂ ਕਹਿ ਰਹੇ ਸੀਗੇ 15th ਵਰ ਦੇ ਪਲੇਇੰਗ ਆਣਾ ਸੀ was were is am are ਇਹਨਾਂ ਸਾਰਿਆਂ ਦੇ ਨਾਲ ਓਕੇ is am ਇਹ ਆਪਾਂ ਟੈਂਸ ਹਲੇ ਕੀਤਾ ਨਹੀਂ ਨਾ ਇਸ ਕਰਕੇ ਹਲੇ ਆਪਾਂ ਨੂੰ ਪਹਿਚਾਨ ਨਹੀਂ ਗਈ ਜਾਂ was ਜਾਂ were ਕਿਉਂ ਕਿਉਂਕਿ ਆਪਾਂ ਨੂੰ ਪੰਜਾਬੀ ਦੇ ਵਿੱਚ ਇਹਨੂੰ ਬਣਾ ਕੇ ਦੇਖੀਏ ਤਦ ਸਮਝ ਜਾਣਗੀਆਂ ਚੀਜ਼ਾਂ ਜੇ ਆਪਾਂ ਇਹ ਕਹੀਏ ਕਿ ਉਹ ਕ੍ਰਿਕਟ ਖੇਲ ਰਿਹਾ ਸੀ ਜਾਂ ਕਿ ਉਹ ਕ੍ਰਿਕਟ ਖੇਲ ਰਹੇ ਸਨ ਤਾਂ ਕੀ ਆਏਗਾ were they playing tennis ਖੇਡ ਰਹੇ ਸਨ were they playing tennis ਠੀਕ ਹੈ ਜੀ ਮੈਮ ਵਰਦੇ ਪਲੇਡ ਟੈਨਿਸ ਕੀ were ਉਹ they ਟੈਨਿਸ played ਨਹੀਂ ਆਏਗਾ ਇੱਥੇ ਬੱਚੇ ਓਕੇ ਮੈਮ ਇੱਕ ਕੁਝ ਕੰਡੀਸ਼ਨਸ ਆਣਗੀਆਂ ਸਮਝ ਨਹੀਂ ਠੀਕ ਕੁਝ ਹੈ ਕੰਡੀਸ਼ਨਸ ਆਣਗੀਆਂ ਮੈਂ ਇਹ ਨਹੀਂ ਕਹਿੰਦੀ ਇਦਾਂ ਨਹੀਂ ਯੂਜ਼ ਹੋ ਸਕਦਾ ਕੁਝ ਕੰਡੀਸ਼ਨਸ ਆਣਗੀਆਂ ਲੇਕਿਨ ਉਹ ਜਾ ਕੇ ਐਕਟਿਵ ਪੈਸਿਵ ਜਾਣਗੀਆਂ ਫਿਲਹਾਲ ਦੀ ਘੜੀ ਬਿਲਕੁਲ ਸਿੰਪਲ ਚਲੋ ਬਿਲਕੁਲ ਬੇਸਲਾਈਨ ਦੇ ਨਾਲ ਜੁੜੇ ਰਹੋ ਸਿੰਪਲ ਰੂਲ ਦਿਮਾਗ 'ਚ ਰੱਖੋ ਜਾਂ ਸਾਹਮਣੇ ਲਿਖ ਲਓ ਇੱਕ ਹੋਰ ਕਾਪੀ ਦੇ ਉੱਤੇ ਲਿਖ ਲਓ ਸਾਹਮਣੇ ਬੋਰਡ ਤੇ ਲਿਖ ਲਓ ਕੋਈ ਕਾਗਜ਼ ਤੇ ਲਿਖ ਲਓ ਕਿ ਹਾਂਜੀ ਆ ਦੋ ਰੂਲਸ ਦੋ ਟੈਂਸਸ ਕੀਤੇ ਆ ਔਰ ਦੋ ਟੈਂਸਸ 'ਚ ਆਹ ਰੂਲ ਹੈ ਪੰਜਾਬੀ ਦੇ ਵਿੱਚ ਆਹ ਮਤਲਬ ਹੈ ਦੈਟਸ ਆਲ ਠੀਕ ਹੈ ਕੱਲ ਮੈਂ ਹੁਣ ਫਾਰਮਸ ਆਫ ਵਰਬਸ ਦਾ ਵੀ ਟੈਸਟ ਲਵਾਂਗੀ ਇੱਕ ਥੋੜੀ ਜਿਹੀ ਲੰਬੀ ਕਲਾਸ ਜਾਏਗੀ ਕੱਲ ਤੇ ਅੱਜ ਵੀ ਆਪਾਂ ਹੋਰ ਚੀਜ਼ਾਂ 'ਚ ਉਲਝ ਕੇ ਰਹਿ ਗਏ ਤੇ ਇਹ ਚੀਜ਼ ਦੱਸੋ ਹੁਣ ਮੈਂ ਇਹਨੂੰ ਸ਼ੇਅਰ ਦੁਬਾਰਾ ਕਰਾਂ ਮਨਦੀਪ ਔਰ ਤੁਸੀਂ ਹਾਂਜੀ ਮੈਮ ਪਲੀਜ਼ ਕਰ ਦਿਓ ਅੱਛਾ, ਮੈਮ ਇਹ ਅੱਛਾ, ਸ਼ੀਟ ਸ਼ੇਅਰ ਕਰ ਦਿਓ ਵਾਈ ਨਾਟ ਕਰ ਦੋ ਮੈਂ ਵੈਸੇ ਮੈਂ ਕਰੈਕਸ਼ਨ ਨਾਲ ਕਰਨੀ ਹੈ ਜੀ ਪਰ ਉਹ ਤੁਸੀਂ ਤੁਹਾਡੇ ਤੱਕ ਬਿਲਕੁਲ ਰਹਿ ਗਈਆਂ ਨਾ ਹਾਂ। ਬਾਕੀ ਸਾਰਿਆਂ ਲਈ ਥੋੜਾ ਹੋ ਨਹੀਂ ਜਾਊਗਾ। ਮੈਮ ਬਿਲਕੁਲ ਤੁਸੀਂ ਠੀਕ ਹੈ ਸ਼ੇਅਰ ਕਰ ਜੀ ਦਿਓ ਠੀਕ ਹੈ ਓਕੇ ਮੈਂ ਸ਼ੇਅਰ ਕਰ ਰਹੀ ਹਾਂ ਬੇਟਾ ਇਹਨੂੰ ਆਪਾਂ ਮਤਲਬ ਇਹ ਰੈਕਟੀਫਾਈਡ ਤੁਸੀਂ ਹੁਣ ਕਦੀ ਵੀ ਇਹ ਨਹੀਂ ਕਹਿਣਾ ਜੀ ਕਰੈਕਟ ਕੀਤਾ ਹੋਇਆ ਹੈ ਨੋ ਇਟ ਇਜ਼ ਦ ਰੈਕਟੀਫਾਈਡ lesson right now I shall speak a few names first of all just let me see whether there are more mistakes ਇਹੀ ਕੀਤਾ ਹੋਇਆ ਸੀ ਤੁਸੀਂ 6 pages ਵਾਲਾ ਬੇਟਾ ਹਾਂਜੀ ਹਾਂਜੀ ਇਹੀ ਡਨ ਹੋਇਆ ਸੀ ਨਹੀਂ ਹਲੇ ਹੋ ਰਿਹਾ ਹਾਂਜੀ ਇਹ ਤਾਂ done। ਲਾਸਟ ਦੇ ਵਿੱਚ ਹਾਂ। ਲਿਖਿਆ ਹੋਇਆ ਸੀ ਹਾਂਜੀ ਆ ਵੀ ਕੁਝ ਚੀਜ਼ਾਂ ਹੈਗੀਆਂ ਅਸੀਂ ਸੈਂਟੈਂਸ ਹੈ ਅਸੀਂ ਕਿਤਾਬ ਪੜ੍ਹਦੇ ਹਾਂ ਸੈਂਟੈਂਸ 4th ਸੈਂਟੈਂਸ ਹੈਗਾ ਮੈਂ ਥੋੜਾ ਜਿਹਾ ਮਾਰਕ ਕਰਕੇ ਚੱਲਦੀ ਹਾਂ ਅਸੀਂ ਕਿਤਾਬ ਪੜ੍ਹਦੇ ਹਾਂ ਦਿਖ ਰਿਹਾ ਜੀ ਅਸੀਂ ਕਿਤਾਬ ਪੜ੍ਹਦੇ ਹਾਂ ਨੀਲਮ ਆਰ ਯੂ देयर ਰਿਪੁਨ Yes, ma'am. ਅਸ਼ੋਕ ਆਰ ਯੂ देयर ਬੇਟਾ ਜਸਪ੍ਰੀਤ Yes, ma'am. Yes. ठीक है Yes, ma'am. कुछ इश्यूज तो नहीं आ रहे सही है समझ आ रही हैं चीज़ां Yes, हमेशा ma'am. हमेशा दूजियां दियां गलतियां तो ਆਪਾਂ ਨੂੰ ਜ਼ਿਆਦਾ ਸਮਝ ਆਉਂਦੀ ਹੈ ਮੇਰੇ ਖਿਆਲ ਨਾਲ what I think is this ਹੈ ਨਾ ਸੋ ਅਸੀਂ ਕਿਤਾਬ ਪੜ੍ਹਦੇ ਹਾਂ ਜੇ ਇੱਥੇ ਲਿਖਿਆ ਹੁੰਦਾ ਅਸੀਂ ਕਿਤਾਬਾਂ ਪੜ੍ਹਦੇ ਹਾਂ ਤਾਂ ਆਪਾਂ ਲਿਖਦੇ ਵੀ ਰੀਡ ਬੁੱਕਸ ਲੇਕਿਨ ਇੱਥੇ ਲਿਖਿਆ ਹੋਇਆ ਅਸੀਂ ਕਿਤਾਬ ਪੜ੍ਹਦੇ ਹਾਂ ਮਤਲਬ ਵੀ ਆਰ ਰੈਫਰਿੰਗ ਟੂ ਵਨ ਬੁੱਕ ਠੀਕ ਜਦੋਂ ਵੀ ਕਿਸੇ ਚੀਜ਼ ਨੂੰ ਫਸਟ ਟਾਈਮ ਇੰਟਰੋਡਿਊਸ ਕੀਤਾ ਜਾਂਦਾ ਹੈ ਆਰਟੀਕਲ ਦੀ ਕੰਡੀਸ਼ਨ ਡਿਟਰਮਿਨਰਸ ਦੀ ਕੰਡੀਸ਼ਨ ਮਨਦੀਪ ਰੀਕਾਲ ਹੋ ਗਿਆ ਯਾਦ ਆ ਗਿਆ ਹਾਂਜੀ ਹਾਂਜੀ ਤਾਂ ਵੀ ਰੀਡ ਠੀਕ ਹੈ ਹੁਣ ਦੇ ਪਲੇ ਫੁੱਟਬਾਲ ਆਏਗਾ ਦੇ ਪਲੇ ਅ ਫੁੱਟਬਾਲ ਨਹੀਂ ਆਏਗਾ ਕਿਉਂ ਕਿਉਂਕਿ ਫੁੱਟਬਾਲ ਇਜ਼ ਨਾਟ ਵਨ ਨਾउन of just a ball it is entire game they play football right ਹੁਣ sun celestial body universe ਦੇ ਵਿੱਚ space ਦੇ ਵਿੱਚ exist ਕਰ ਰਹੀ ਕੋਈ ਚੀਜ਼ ਹੈ ਨਾ Article ਯੂਨੀਕ ਦਾ ਚੀਜ਼ ਹੈ ਤਾਂ ਸਨ ਮੂਨ ਵਗੈਰਾ ਅਰਥ ਵਗੈਰਾ ਦੇ ਨਾਲ ਹਮੇਸ਼ਾ ਦ ਸਨ ਦੇ ਵਿੱਚ ਤੁਸੀਂ ਐਸ ਨੂੰ ਵੱਡਾ ਵੀ ਰੱਖ ਸਕਦੇ ਹੋ SUN ਸਨ ਵੀ ਰੱਖ ਸਕਦੇ ਹੋ SUN ਸਨ ਵੀ ਰੱਖ ਸਕਦੇ ਹੋ both are correct ਠੀਕ ਹੈ ਲੇਕਿਨ ਦ ਸਨਰਾਈਜ਼ਸ ਨਹੀਂ ਹੋਏਗਾ ਕੱਲਾ ਸਨਰਾਈਜ਼ਸ ਹੋਏਗਾ there is one or none marking system so what do you want to gain one just because of small mistake I cannot lose my entire mark I can't afford ठीक है ना सो इस करके बेटा अगली बारी तो ध्यान रखना है we do not take a tea नहीं हुंदा take tea हुंदा है
ਮੈਮ ਇਹ ਫਿਰ ਜਿਹੜਾ ਸੈਂਟੈਂਸ ਸੀ ਇਹਨੂੰ ਦਾ ਸਨ ਰਾਈਜ਼ ਲਿਖਾਂਗੇ ਜਾਂ ਸਨ ਰਾਈਜ਼es? राइजेस सन एक है, बहुत सही सेंटेंस है, बिल्कुल परफेक्टली टेक्निकली करेक्ट है, सिर्फ द दी कमी सी। सन इज वन, सो वर्ब फर्स्ट फॉर्म प्लस एस और ईएस कितने यूज होता है? ही शी इट सिंगुलर, Singular. राइट। Singular. ये पंजवां थंब जड़ा है, ही शी इट सिंगुलर, 4 उंगलियां, ओ माय गॉड थंब बच गया, थंब की है? एस ई एस, ठीक। सो द सन एक चीज़ है, सिंगुलर है, इस करके राइजेज ही आएगा। दैट वॉज परफेक्टली करेक्ट, ठीक है बेटा। अगे वी डू नॉट टेक अ टी, नो दिस शुड बी वी डोंट टेक टी या वी डू नॉट टेक टी, जस्ट चाह नहीं पींदे असी, ठीक। अच्छा जी, उस तो अगला है बस वो फर्स्ट लेटर कैपिटल वालियां मिस्टेक्स आ गई मनदीप, ठीक। ਮੈਮ ਟੇਕ ਅ ਕੱਪ ਆਫ ਟੀ ਤਾਂ ਲਿਖ ਸਕਦੇ ਸੀ ਨਾ? हाँ हाँ यस, अ कप ऑफ टी हो सकता सी, बट टी गला लिखना है तो फिर वो चाहना कि तुसी चाह दी प्याली पींदे हो। ਜੀ ਮੈਮ ਇੱਕ ਹੀ ਡਸ ਨਾਟ ਗੋ ਟੂ ਦਾ ਸਕੂਲ ਨਹੀਂ ਆ ਸਕਦਾ ਸੀ? गो टू स्कूल भी ठीक है, गो टू द स्कूल भी ठीक है। ਹਾਂ if that school is already being, मतलब मैं कंसिडर कर रही हाँ, रैफर कर रही हाँ एक ऐसे स्कूल नू जेड़ा कि मेरे ऑलरेडी मेरे दिमाग च एग्जिस्ट करे या किते एग्जिस्ट करे तो द बन जाएगा। ये कोई एडा मेजर मिस्टेक नहीं है, Okay. इनू इग्नोर किया जाता है, ठीक है। अगे चलते हैं। हाँ जी, कदी भी सिंपल प्रेजेंट टेंस दे विच हुण तुसी सेंटेंसेस बहुत अच्छे बनाए हैं, लेकिन पिछे फुल स्टॉप किसे दे भी नहीं सी। सो हमेशा एक कॉन्शियस एफर्ट लगानी है फुल स्टॉप लगान दे विच। योर लाइफ स्टाइल नीड्स टू बी चेंज्ड अ लिटल बिट ऑफ राइटिंग स्किल्स, ठीक है जी। हो सकता तुसी बहुत काम होवे तुहाडे कोल, तुसी बहुत जल्दी च काम करदे हो, तुसी ये चीज़ नू इग्नोर ही कीता होवे, बट नाउ then you have to pay a price for not writing the full stop, which I don't think so you can afford, ठीक है ना। अगला इवें क्वेश्चन मार्क वाले, किते भी कैपिटल लेटर नहीं लिखना, जिथे मर्जी आंदी है उथे कैपिटल लेटर, नो, दिस प्रैक्टिस हैज़ टू बी टोटली नलिफाइड, ठीक। उस तो बाद बेटा हैगा आई ईट फूड, ਉਹੀ कैपिटल ਲੈਟਰਸ टाइप ਉਹ ਜੇ ਦਿਖਣੇ ਵੀ ਨਹੀਂ ਚਾਹੀਦੇ ਕੈਪੀਟਲ ਲੈਟਰਸ। ਐਫ ਨੂੰ ਜੇ ਤੁਹਾਨੂੰ ਲੱਗਦਾ ਵੀ ਪ੍ਰੋਬਲਮ ਆ ਰਹੀ ਹੈ ਇਹਨੂੰ ਲਿਖਣ ਦੀ ਆਦਤ ਪਾਓ, ਜਾਂ ਐਫ ਨੂੰ ਨੀਚੇ ਡੰਡੀ ਲੈ ਕੇ ਜਾਓ। ਜੇ ਤੁਹਾਡਾ ਐਫ ਇਹੀ ਸਟਾਈਲ ਦਾ, ਇਹਨੂੰ ਡੰਡੀ ਨੂੰ ਨੀਚੇ ਲੈ ਕੇ ਜਾਓ, ਜਿਵੇਂ ਵੀ ਸਿੰਪਲ ਤੁਸੀਂ ਕਰਨਾ ਹੈ, ਠੀਕ ਹੈ ਬੇਟਾ। ਹਾਂਜੀ, ਹੂ ਡੂ ਯੂ ਈਟ, ਮਤਲਬ ਤੁਸੀਂ ਕਿਸ ਇਨਸਾਨ ਨੂੰ ਖਾਂਦੇ ਹੋ। ਹੂ ਹਮੇਸ਼ਾ ਇਨਸਾਨਾਂ ਲਈ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ। सो ਇਹਦੀ ਬਜਾਏ ਆਪਾਂ what do you eat ਜਿਹੜਾ ਹੈਗਾ ਉਹੀ ਅਪਰੋਪਰੀਏਟ ਹੈ। who do you eat ਜਾਂ whom do you eat ਆਪਾਂ ਸੈਂਟੈਂਸ ਨੂੰ ਯੂਜ਼ ਨਹੀਂ ਕਰਾਂਗੇ, ਠੀਕ ਹੈ ਬੇਟਾ ਜੀ। ਇੰਨਾ ਹੋਇਆ ਕਲੀਅਰ ਮਨਦੀਪ? ਆਈ ਥਿੰਕ ਦੈਟ ਵਾਸ ਅ ਸਫੀਸ਼ੀਐਂਟ ਡੋਜ਼। ਹੁਣ ਮੇਰਾ ਖਿਆਲ ਤੁਹਾਡੀ ਇੰਪਰੂਵਮੈਂਟ ਹੋ ਜਾਏਗੀ, ਹੈ ਨਾ। ਹੁਣ who does it eat, who ਫੇਰ ਕਿਹਦੇ ਲਈ ਯੂਜ਼ ਹੁੰਦਾ ਹੈ? ਹਿਊਮਨ ਬੀਇੰਗਸ ਲਈ, ਯਾਨੀ ਕਿ ਉਹ ਕਿਹੜੇ ਹਿਊਮਨ ਬੀਇੰਗ ਨੂੰ ਖਾ ਰਿਹਾ ਹੈ, ਰਾਈਟ। फिर इत्थे भी वही एरर्स सीगियां बेटा। वोकैबुलरी वर्ड्स दे सेंटेंस मेकिंग दे विच काफ़ी मिस्टेक्स आ रही हैं सारियां दे, ठीक है। मैं तुहानूं एक गल कही सी, सेंटेंस मेकिंग इज़ अ वेरी हार्ड टास्क। नोइंग द मीनिंग इज़ ईजी, स्पैलिंग्स लभने, स्पैलिंग्स लिखने, स्पैलिंग्स दे मीनिंग्स, उन्हां दे वर्ड्स दे मीनिंग्स लिखने, ओ माई गॉड 50% ऑफ द टास्क। बट वॉट अबाउट द रैसट ऑफ द 50% ਜਿਹੜਾ ਕੱਲਾ ਸੈਂਟੈਂਸ ਮੇਕਿੰਗ ਹੈ ਨਾ, ਉਹ ਬੱਲੇ ਬੱਲੇ ਹੈ। ਇੱਥੇ ਜੌਬ ਦੇ ਵਿੱਚ ਵੀ ਤੁਸੀਂ ਜੇ ਵੱਡਾ ਪਾ ਦਿੱਤਾ ਨਾ, ਇਹਨੂੰ ਆਦਤ ਹੀ ਐ ਪਾ ਦਿਓ, ਅੱਛਾ ਐ ਹੀ ਛੋਟਾ ਨੀਚੇ ਲੈ ਜਾਓ ਬਸ, ਓਕੇ। ਰੈਜ਼ੀਲੀਐਂਟ, ਹੁਣ ਰਾਮ ਇਜ਼ ਵੈਰੀ ਰੈਜ਼ੀਲੀਐਂਟ ਬॉय। ਪਹਿਲੀ ਗੱਲ, ਵੈਰੀ ਵਰਡ ਨੂੰ ਜਿੰਨਾ ਹੋ ਸਕੇ ਡਿਸਕਰੇਜ ਕਰੋ। ਕਈ ਸਟੂਡੈਂਟਸ ਵੈਰੀ 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 ਬਹੁਤ ਜਗ੍ਹਾ ਯੂਜ਼ ਕਰਦੇ ਆ, ਵੈਰੀ ਨੂੰ ਮਤਲਬ ਲੀਸਟ ਬੋਦਰੇਸ਼ਨ ਦਿਓ। ਇੱਕ ਵੈਰੀ ਵਰਡ, ਇੱਕ ਥਿੰਗ ਵਰਡ, ਇਹ ਦੋਨੋਂ ਬਹੁਤ ਬੋਰਿੰਗ ਵਰਡਸ ਹੁੰਦੇ ਆ, ਇਹਨਾਂ ਨੂੰ ਅਵੋਇਡ ਕਰੋ। ਜਿੱਥੇ ਕਿਤੇ ਲੋੜ ਹੈ ਬਹੁਤ ਹੀ ਇਹਦੇ ਬਿਨਾਂ ਬਟ ਮੈਮ ਇਹ ਆਟੋਮੈਟਿਕਲੀ ਦਿਮਾਗ 'ਚ ਆ ਜਾਂਦੇ ਆ। ਹਾਂ ਆ ਜਾਂਦੇ ਆ ਨਾ। ਸੋ ਇਸ ਲਈ ਮੈਂ ਤੁਹਾਨੂੰ ਥੋੜਾ ਕੌਨਸ਼ੀਅਸ ਕਰ ਰਹੀ ਹਾਂ ਕਿ ਬੇਟਾ ਜੀ ਅਗਲੀ ਵਾਰੀ ਸੋਚਣਾ ਹੈ ਕਿ ਵੈਰੀ ਦਾ ਮਤਲਬ ਹੈ ਇੱਥੇ ਕੁਝ ਕਰਨ, ਇਹਦਾ ਕੋਈ ਵਰਕ ਹੈ, ਟਾਸਕ ਹੈਗਾ, ਨਹੀਂ ਹੈਗਾ, ਠੀਕ ਹੈ। ਸੋ ਇਹੀ ਚੀਜ਼ ਦੀ ਜਦੋਂ ਆਪਾਂ ਕੌਨਸ਼ੀਅਸ ਹੋ ਜਾਂਦੇ ਹਾਂ ਨਾ, ਉਹ ਚੀਜ਼ ਆਪਣੇ ਤੋਂ ਛੁੱਟ ਜਾਂਦੀ ਹੈ, ਹੈਬਿਟ ਖਤਮ ਹੋ ਜਾਂਦੀ ਹੈ ਗੰਦੀ ਵਾਲੀ। ਸੋ
Ram is a resilient boy. So first thing is all the letters for which the sentence has been made, you need to underline that। ਇੱਕ ਨਾ sentence writing ਦਾ ਬੇਟਾ ਤਰੀਕਾ ਮੈਂ ਦੱਸ ਰਹੀ ਹਾਂ, ਹੁਣ ਤੁਹਾਡੇ ਹੀ sentence ਲਿਖੇ ਹੋਏ ਨੂੰ ਮੈਂ ਹੁਣ ਸੋਹਣੇ ਤਰੀਕੇ ਨਾਲ ਲਿਖ ਕੇ ਦਿਖਾਣੀ ਹੈ। For example, there was a word called meticulous। ਠੀਕ ਹੈ, ਜੇ ਮੈਂ ਹੁੰਦੀ ਤਾਂ ਕਿਸ ਤਰ੍ਹਾਂ ਕਰਦੀ? ਮੈਟੀਕੂਲਸ ਮੀਨਿੰਗ ਆ ਗਿਆ ਸੁਚੇਤ, ਬਹੁਤਾ ਬ੍ਰੈਕਟਸ ਬਰੂਕਟਸ ਚ ਪਾਉਣ ਦੀ ਲੋੜ ਨਹੀਂ ਹੈਗੀ। ਨੀਚੇ ਹੀ ਇਜ਼ ਅ ਮੈਟੀਕੂਲਸ, ਉਹ ਜੋ ਵੀ ਹੈ, ਹੀ ਇਜ਼ ਮੈਟੀਕੂਲਸ ਅਬਾਊਟ ਹਿਜ਼ ਜੌਬ, ਹੀ ਇਜ਼ ਅ ਮੈਟੀਕੂਲਸ ਬੋਏ। ਫॉर एग्जांपल दिस इज द सेंटेंस। ਹੁਣ ਮੈਟੀਕੂਲਸ ਨੂੰ ਮੈਂ ਨੀਚੇ ਅੰਡਰਲਾਈਨਿੰਗ ਕਰ ਦਿੱਤੀ। ਤੁਸੀਂ ਸੈਂਟੈਂਸ ਕਿਵੇਂ ਬਣਾ ਰਹੇ ਹੋ? ਇੱਥੋਂ ਤਾਂ ਕਰ ਰਹੇ ਹੋ ਸ਼ੁਰੂ, ਇਹਨੂੰ ਲੈ ਜਾਓ ਥੋੜਾ ਜਿਹਾ ਇਸ ਜਗ੍ਹਾ ਤੇ, ਬ੍ਰੈਕਟਸ ਦੇ ਵਿੱਚ ਇੰਨੀਆਂ ਜਗ੍ਹਾ ਨਾ ਛੱਡੋ ਬੇਟਾ। ਥੋੜੀ ਕੌਨਸ਼ੀਅਸ ਐਫਰਟਸ ਕਰੋ, ਨਿੱਕੀ ਛੋਟੇ ਸਟੈਪਸ, ਉਹਦੇ ਨਾਲ ਹੀ ਸੁਹੱਪਨ ਵੱਧ ਜਾਣਾ ਹੈ, ਐਕਸਪ੍ਰੈਸ਼ਨ ਸਕਿੱਲਸ ਬਿਹਤਰ ਹੋ ਜਾਣਗੀਆਂ, ਲਿਖਿਆ ਹੋਇਆ ਬਿਹਤਰ ਲੱਗੇਗਾ, ਇੱਕ ਬੈਲੈਂਸ ਨਜ਼ਰ ਆਉਂਦਾ ਹੈ। ਠੀਕ ਹੈ, ਸੋ ਇਸ ਕਰਕੇ ਪਲੀਜ਼ ਥੋੜਾ ਜਿਹਾ ਇਹਨੂੰ ਆਪਾਂ ਰਾਮ ਇਜ਼ ਅ ਰੈਜ਼ੀਲੀਐਂਟ ਬॉय ਵੀ ਇੱਕ ਕੰਫਰਟੇਬਲ ਸੈਂਟੈਂਸ ਸੀਗਾ, ਵੈਰੀ ਵੀ ਲਿਖਣਾ ਲਿਖ ਦੋ ਰਾਮ ਇਜ਼, ਲੇਕਿਨ ਅ ਜ਼ਰੂਰੀ ਹੈ ਇੱਥੇ, ਬਿਕਾਜ਼ ਵੀ ਆਰ ਟਾਕਿੰਗ ਅਬਾਊਟ ਅ ਬॉय ਹੂ ਹੈਜ਼ ਬੀਨ ਇੰਟਰੋਡਿਊਸਡ ਰਾਈਟ ਨਾਓ। ਠੀਕ ਹੈ, ਹੀ ਇਜ਼ ਅ ਨੈਰੋ ਥਿੰਕਿੰਗ, ਇੱਥੇ ਇਜ਼ ਠੀਕ ਹੋਣਾ ਸੀ ਜੇ ਤੁਸੀਂ ਕਹਿ ਦਿੰਦੇ ਨੈਰੋ ਥਿੰਕਿੰਗ ਮੈਨ ਜਾਂ ਬॉय। ਠੀਕ, ਸੋ ਹੀ ਇਜ਼ ਨਹੀਂ ਆਏਗਾ। ਜੇ ਤੁਸੀਂ ਕੱਲਾ ਨੈਰੋ ਥਿੰਕਿੰਗ ਲਿਖਣਾ ਹੈ ਤਾਂ ਨੈਰੋ ਥਿੰਕਿੰਗ ਜਿਹੜੀ ਹੈਗੀ ਹੈ ਨਾ, ਤਾਂ ਉਹ ਇੱਕ ਪੋਜ਼ੈਸਿਵ ਨਾਊਨ ਹੈ ਇੱਕ ਤਰ੍ਹਾਂ ਨਾਲ, ਯਾਨੀ ਕਿ ਮੇਰੀ ਥਿੰਕਿੰਗ ਨੈਰੋ ਹੈ, ਆਈ ਹੈਵ ਅ ਨੈਰੋ ਥਿੰਕਿੰਗ, he has a narrow thinking, she has a narrow thinking। But if it is to be is, she is a narrow thinking person। ठीक है जी मनदीप, could you understand better? ठीक है, आगे है gentle, he is फिर very आ गया है ना, he is very gentle, he is gentle, he is a gentle boy, he is a gentle person। ਤੁਸੀਂ ਕੋਈ ਹਾਈਪੋਥੈਟੀਕਲ ਨਾਮ ਵੀ ਯੂਜ਼ ਕਰ ਸਕਦੇ ਹੋ, ਰਾਮ ਸ਼ਾਮ ਵਗੈਰਾ। ਠੀਕ ਹੈ, ਨੈਕਸਟ ਵਨ ਇਜ਼ ਬਰੀਫ। ਹੁਣ ਤੁਸੀਂ ਇਹ ਬਰੀਫ ਜਿਹੜਾ ਯੂਜ਼ ਕੀਤਾ ਹੈ ਨਾ, ਯੂ ਨੋ ਇਹ ਸੈਂਟੈਂਸ ਤੁਸੀਂ ਕਰ ਦਿੱਤਾ ਯੂਜ਼ ਬਰੀਫ, ਮਤਲਬ ਇਹਦਾ ਸੰਖੇਪ ਲੈ ਕੇ ਆਓ। ਬਰੀਫ ਆਫ ਦ ਲਿਖਿਆ ਹੋਇਆ ਕੀ ਲਿਖਿਆ, ਆਰ ਗਿਵਨ ਬਿਲੋ, ਬਰੀਫ ਆਫ ਦ फैक्ट्स है ना, थोड़ी जी बेहतर करो हैंड राइटिंग बेटा। फैक्ट्स पहली गल जिथे स्टेटमेंट गलत है, ब्रीफ इज सिंगुलर, एक वचन। हुण मैं ब्रीफ दे उत्ते दारो मदार है, मैं ब्रीफ बारे गल कर रही हैं, तो इज आएगा कि एम आएगा कि आर आएगा? तुसी फैक्ट्स दे बारे गल कर ली, मैं तुसी लिख रहे हो कि इन्हां फैक्ट्स दा ब्रीफ नीचे दिता है, नीचे दिते हन नहीं है। गॉट इट? ओके है ना, सो की आएगा इत्थे, तुसी दसो इज एम आर चो इज आऊगा मैम। हाँ इज आएगा। आज क्लास में टाइक्वांडो द ब्रीफ ऑफ द फैक्ट्स इज गिवन, पहली गल। बाकी ਇੱਥੇ ਬਰੀਫ ਇਸ ਸੈਂਸ ਦੇ ਵਿੱਚ ਅਵੋਇਡ ਕਰੋ, ਚੱਲ ਵੀ ਜਾਏਗਾ, ਚੱਲਣ ਨੂੰ ਤਾਂ ਚੱਲ ਵੀ ਜਾਏਗਾ। ਗਿਵ ਅ ਬਰੀਫ ਡਿਸਕ੍ਰਿਪਸ਼ਨ ਆਫ ਦਾ ਪੈਰਾਗ੍ਰਾਫ। ਠੀਕ ਹੈ ਨਾ, ਸੋ ਬਰੀਫ ਆਪਾਂ ਇੱਥੇ ਇੱਕ ਤਰ੍ਹਾਂ ਨਾਲ ਐਡਜੈਕਟਿਵ ਦੀ ਤਰ੍ਹਾਂ ਯੂਜ਼ ਕਰਦੇ ਹਾਂ। ਗਿਵ ਦ ਆਨਸਰਸ ਇਨ ਬਰੀਫ, ਰਾਈਟ? ਸੋ ਯਾ ਦ ਬਰੀਫ explanation of the facts is given below। ਤਦ ਕੁਛ ਗੱਲ ਬਣਦੀ ਸੀ, ਕੱਲਾ ਬਰੀਫ ਇੱਥੇ ਯੂਜ਼ ਨਹੀਂ ਹੋਏਗਾ ਇਸ ਤਰ੍ਹਾਂ। ਬਰੀਫ ਓਵਰ ਹੇਅਰ ਇਜ਼ ਯੂਜ਼ ਐਜ਼ ਐਡਜੈਕਟਿਵ। ਠੀਕ, ਓਕੇ, ਸੋ ਬਰੀਫ
expression, brief explanation, brief story, कुछ भी. ठीक है बेटा. होते में लिखा सी काइंडली रिमाइंड मी, आई शैल डिस्कस इन द क्लास, क्योंकि ये ज़रूरी सीगा. आई होप ਤੁਹਾਨੂੰ ਸਮਝ ਚ ਲੱਗ ਗਿਆ. ठीक है बेटा जी, ਅੱਗੇ ਚੱਲਦੇ हैं. ਹਰੇਕ ਦਾ ਡਿਸਕਸ਼ਨ ਇੰਪੋਰਟੈਂਟ ਹੈ. मैं वैसे ਕੰਮ ਕਰਵਾਉਣਾ ज़्यादा ਜ਼ਰੂਰੀ ਸਮਝ ਰਹੀ ਹਾਂ. ਅੱਛਾ ਜੀ, 1 ਬਾय 1 ਹੁਣ ਅੱਜ ਮੈਂ ਤੁਹਾਡਾ ਇੱਕ ਟੈਸਟ ਵੀ ਲੈਣਾ ਸੀ. ਬਾਕੀਆਂ ਦੇ ਤਾਂ ਨਹੀਂ ਕੋਈ ਮਿਸਟੇਕਸ ਖਾਸ ਕੁਛ? ਹਾਂਜੀ बेटा बोलो, ਦੱਸੋ ਕੁਛ ਹੈ ਮਿਸਟੇक्स? अच्छा ठीक है, ये भी है. देखो मनदीप, मैं बिल्कुल ਤੁਹਾਨੂੰ लो ਲੈਵਲ ਤੋਂ 1 ਤੋਂ 100 ਤੱਕ ਲੈ ਕੇ ਜਾਣਾ ਸਾਰਿਆਂ ਨੂੰ. ਠੀਕ ਹੈ ਨਾ? ਸੋ ਕੀ ਕਹਿੰਦੇ ਹੁੰਦੇ ਆ, ਧੀਏ ਨਹੀਂ ਤੂੰ ਕੰਮ ਕਰ, ਨੂੰਹੇ ਨਹੀਂ ਤੂੰ ਕੰਨ ਕਰ. ਸਾਰੇ ਆਪਣੀਆਂ ਆਪਣੀਆਂ ਮਿਸਟੇਕਸ ਚੈੱਕ ਕਰੋ by looking at one person's attempt. ठीक है? So put full stops. ठीक है. Why is it running? It ना जिवें हुण तुसीं ये लिखिया होया सी it, it आठा लग रहा सी. Avoid overwriting at all. इनू क्रॉस ही मिलेगा, ਤਾਂ ਹੀ ਮੈਂ ਜਾਣ ਕੇ ਇਹਨੂੰ क्रॉस ਲਿਖਿਆ, ਹਾਲਾਂਕਿ ਮੈਨੂੰ ਸਮਝ ਲੱਗ ਗਿਆ ਸੀ ਵੀ it ਹੈ. ਇੱਕ ਤਾਂ ਕੈਪੀਟਲ ਲੈਟਰ ਸੀਗਾ. ਠੀਕ ਹੈ ਜੀ, आई छोटा चाहिए सी. ओके, दैट्स ऑल. हुण मैं हुण दो तरह के टेंसेस आपां कीते सी. हुण मैं ना फिलहाल दी घड़ी आई एम स्टॉपिंग टू शेयर, आई एम जस्ट कमिंग टू, ये नहीं मैं डिस्कार्ड ही कर रही हाँ. जो भी करता सी मैं शेयर कर दिता तुहाडे नाल. हुण मैं शेयरिंग अवॉइड कर रही हाँ. नाउ आई एम कमिंग बैक टू आर द लेसन ऑफ. हाँ जी, who wants to join the call? एक मिनट बचे.